ਦਮ ਦੀ ਮੋਹਲਤ ਦਮ ਦੀ ਹਾਣੀ, ਇੱਕ ਦਮ ਦੀ ਏ ਬਸ ਤੇਰੀ ਕਹਾਣੀ। ਦਮ ਛੁੱਟਦੇ ਹੀ ਛੁੱਟ ਜਾਣੀ ਏ ਅਮਨ, ਇਹ ਸਾਥੀਆਂ ਵਾਲੀ ਤੇਰੀ ਢਾਣੀ, ਇਹ ਸਾਥੀਆਂ ਵਾਲੀ ਤੇਰੀ ਢਾਣੀ। ਚੈਨਲ ਤੂੰ ਸੱਤ ਅਖੰਡ ਜੋਤ ਤੇ ਪ੍ਰੋਗਰਾਮ ਸੁਗੜ ਵਿਚਾਰ ਵੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਇਸ ਸੁਗੜ ਵਿਚਾਰ ਪ੍ਰੋਗਰਾਮ ਵਿੱਚ ਮੇਰੇ ਜੋ ਬੋਲਣ ਦਾ ਪਹਿਲੂ ਹੈ ਉਹ ਹੈ ਸਾਥ ਦੀ ਮਿਆਦ। ਸੰਸਕ੍ਰਿਤ ਜ਼ੁਬਾਨ ਵਿੱਚ ਇੱਕ ਅਲਫਾਜ਼ ਸਾਰਥ, ਜੋ ਆਪਣੇ ਅਰਥ ਭਾਵਾਂ ਕਰਕੇ ਇੰਨਾ ਪਿਆਰਾ, ਨਿੱਘਾ ਤੇ ਮਲਾਪੜਾ ਅਲਫਾਜ਼ ਹੈ ਕਿ ਅਸੀਂ ਸਭ ਇਸ ਅਲਫਾਜ਼ ਦੀ ਛਾਂ 'ਚ ਖੜੇ ਵਿਅਕਤੀਤਵ ਨਾਲ ਵਿਅਕਤੀਗਤ ਸਾਂਝ ਪਾਉਣੀ ਲੋਚਦੇ ਹਾਂ, ਕਿਉਂਕਿ ਸੰਸਕ੍ਰਿਤ ਦਾ ਇਹ ਅਲਫਾਜ਼ ਪੰਜਾਬੀ ਮੁਹਾਰਨੀ ਦੇ ਸਾਥੀ ਸ਼ਬਦ ਨੂੰ ਸੰਬੋਧਿਤ ਕਰਦਾ ਹੈ। ਤੇ ਜਿਵੇਂ ਅਸੀਂ ਸਾਰੇ ਜਾਣਦੇ ਹਾਂ ਕਿ ਸਾਡੇ ਸਭ ਅੰਦਰ ਸਾਥ ਦੀ, ਸਾਥੀ ਦੀ, ਸੰਗ ਦੀ, ਸੰਗੀ ਦੀ ਚਾਹਨਾ ਹੁੰਦੀ ਹੈ, ਕਿਉਂਕਿ ਸਾਡੀ ਇਨਸਾਨੀ ਕਾਇਆ ਦੀ ਸੁਭਾਵਕ ਸਵੈ-ਪੱਖੀ ਸੋਚਣੀ 'ਚ ਸਾਥੀ ਦਾ ਥਾਂ ਹਮੇਸ਼ਾ ਤੋਂ ਹੀ ਨਿਰਧਾਰਤ ਰਿਹਾ ਹੈ। ਸ਼ਾਇਦ ਇਸੇ ਲਈ ਅਸੀਂ ਮੁੱਢ ਤੋਂ ਇਕੱਲੇ ਨਹੀਂ ਰਹੇ, ਜਾਂ ਕਹਿ ਲਵੋ ਕਿ ਮੁੱਢ ਕਦੀਮ ਤੋਂ ਇਕੱਲੇ ਨਾ ਰਹਿਣ ਕਰਕੇ ਸਾਡੇ ਸੁਭਾਅ ਵਿੱਚ ਸਾਥੀ ਸੰਗ ਸਾਥ ਬਣਾ ਕੇ ਰਹਿਣ ਦੀ ਗੱਲ ਗਹਿਰਾ ਉਤਾਰਾ ਕਰ ਗਈ ਹੈ। ਖੈਰ, ਇਹ ਗੱਲ ਤਾਂ ਉਹ ਮਾਲਕ, ਉਹ ਪਰਮਾਤਮਾ, ਉਹ ਖੁਦਾ ਬਿਹਤਰ ਜਾਣਦਾ ਹੈ ਕਿ ਅਸੀਂ ਸੁਭਾਵਕ ਹੀ ਮੁੱਢ ਕਦੀਮ ਤੋਂ ਇਸ ਤਰ੍ਹਾਂ ਦੇ ਹਾਂ, ਜਾਂ ਮੁੱਢ ਤੋਂ ਜਨਮ ਤੋਂ ਆਪਣੇ ਦਿਵਾਲੇ ਕੱਤੇ ਆਪਣਿਆਂ ਦੇ ਘੇਰੇ ਨੇ ਸਾਨੂੰ ਇਸ ਤਰ੍ਹਾਂ ਦਾ ਕਰ ਦਿੱਤਾ ਹੈ। ਖੈਰ, ਇਸ ਗੱਲ ਤੇ ਜ਼ਿਆਦਾ ਟੀਕਾ ਟਿੱਪਣੀ ਕਰਨ ਨਾਲੋਂ ਬਿਹਤਰ ਹੈ ਕਿ ਅਸੀਂ ਆਪਣੇ ਵਿਚਾਰ ਦੇ ਮੇਨ ਕਨਸੈਪਟ ਸਾਥ ਦੀ ਮਿਆਦ ਤੇ ਕੇਂਦਰਿਤ ਹੋਈਏ। ਵੇਖਿਆ ਜਾਵੇ ਤਾਂ ਵਕਤ ਦੀ ਚਾਲ 'ਚ ਆ ਕੇ ਜਦੋਂ ਕੋਈ ਚੀਜ਼, ਕੋਈ ਸ਼ੈ ਚਾਲ ਲੈਂਦੀ ਹੈ ਤਾਂ ਉਹ ਇਕੱਲੀ ਚਾਲ ਨਹੀਂ ਲੈਂਦੀ, ਬਲਕਿ ਉਹਦੇ ਨਾਲ ਸਮਾਨ ਰੂਪ ਇੱਕ ਚਾਲ ਹੋਰ ਵੀ ਚੱਲਦੀ ਹੈ, ਜੋ ਹੁੰਦੀ ਹੈ ਉਸ ਦੇ ਸਾਥੀ ਦੀ। ਹੁਣ ਇਸ ਉਪਰੋਕਤ ਵਾਕੀ ਗਈ ਗੱਲ ਨੂੰ ਸਮਝਣ ਲਈ ਉਦਾਹਰਣ ਰੂਪ ਆਧਾਰ ਬਣਾ ਕੇ ਤੁਰਦੇ ਹਾਂ ਇਨਸਾਨ ਨੂੰ। ਜੇ ਸ਼ੁਰੂ ਤੋਂ ਗੱਲ ਸ਼ੁਰੂ ਕਰੀਏ, ਭਾਵ ਕਿ ਇਨਸਾਨ ਦੇ ਇਸ ਦ੍ਰਿਸ਼ਟਮਾਨ ਪਸਾਰੇ ਦਾ ਅੰਗ ਬਣਨ ਤੋਂ ਗੱਲ ਸ਼ੁਰੂ ਕਰੀਏ, ਤਾਂ ਇਨਸਾਨ ਦਾ ਪਹਿਲਾ ਸਾਥੀ ਬਣਦਾ ਹੈ ਇਹ ਕਾਇਆ ਰੂਪ ਘੋੜਾ। ਪਰ ਜੇ ਅਸੀਂ ਕਾਇਆ ਰੂਪ ਨੂੰ ਇਨਸਾਨ ਦਾ ਰੂਪ ਮੰਨ ਕੇ ਗੱਲ ਕਰਦੇ ਹਾਂ, ਤਾਂ ਇਨਸਾਨ ਦਾ ਪਹਿਲਾ ਸਾਥੀ ਹੈ ਮਾਂ-ਬਾਪ, ਜੋ ਇਸ ਨੂੰ ਜਨਮ ਦਿੰਦੇ ਹਨ। ਤੇ ਫਿਰ ਉਹ ਹਰ ਰਿਸ਼ਤਾ, ਉਹ ਹਰ ਆਪਣਾ, ਜਿਸ ਨਾਲ ਇਹ ਬਚਪਨ ਤੋਂ ਲੈ ਕੇ ਬੁਢਾਪੇ ਤੱਕ ਵਕਤ ਬਤੀਤ ਕਰਦਾ ਹੈ। ਜੀਵਨ ਦੀ ਚੱਲਦੀ ਚਾਲ 'ਚ ਕਦੀ ਦੁੱਖ ਇਨਸਾਨ ਦਾ ਸਾਥੀ ਬਣਦਾ ਹੈ ਤੇ ਕਦੀ ਸੁੱਖ, ਕਦੀ ਪੀੜਾਂ, ਤਕਲੀਫਾਂ ਇਹਦੇ ਮੋਢੇ ਨਾਲ ਮੋਢਾ ਜੋੜ ਇਹਦਾ ਸਾਥੀ ਬਣ ਜਾਂਦੀਆਂ ਨੇ, ਤੇ ਕਦੀ ਹਾਸੇ ਖੇੜੇ ਇਹਦੇ ਸੰਗ ਹੱਸ ਇਹਦੇ ਸੰਗੀ ਬਣ ਜਾਂਦੇ ਨੇ। ਇਸ ਚੱਲਦੀ ਸਰਾਂ ਵਰਗੀ ਜ਼ਿੰਦਗੀ 'ਚ ਕਦੀ ਪੈਸਾ, ਧਨ ਦੌਲਤ, ਰੁਤਬਾ, ਸ਼ੌਹਰਤ ਇਨਸਾਨ ਦੇ ਕਰੀਬ ਆ, ਇਨਸਾਨ ਦਾ ਸਾਥ ਅਮੀਰੀ ਨਾਲ, ਤਾਕਤ ਨਾਲ ਜੋੜ ਇਸ ਨੂੰ ਅਮੀਰੀ ਦਾ, ਤਾਕਤ ਦਾ ਸਾਥੀ ਕਰ ਦਿੰਦੀ ਹੈ, ਤੇ ਕਦੀ ਅੱਖ ਦੇ ਫੜਕੇ ਨਾਲ ਦੂਰ ਜਾ ਇਸ ਨੂੰ ਗਰੀਬੀ ਤੇ ਤੰਗੀ ਤੋਸ਼ੀ ਦੇ ਸੰਗ ਬਿਠਾ ਜ਼ਹਿਮਤਾਂ, ਤਕਲੀਫਾਂ ਤੇ ਪੀੜਾਂ ਨੂੰ ਇਸ ਦਾ ਸਾਥੀ ਬਣਾ ਦਿੰਦੀ ਹੈ। ਜੇ ਇੱਕ ਇਨਸਾਨ ਦੇ ਜੀਵਨ ਵੱਲ ਝਾਤੀ ਮਾਰ ਕੇ ਵੇਖੀਏ ਤਾਂ ਤਮਾਮ ਉਮਰ ਇਨਸਾਨ ਜਿੱਥੇ ਇਨਸਾਨਾਂ ਨੂੰ ਰਿਸ਼ਤਿਆਂ, ਨਾਤਿਆਂ, ਦੋਸਤਾਂ, ਮਿੱਤਰਾਂ ਦੇ ਰੂਪ ਵਿੱਚ ਸਾਥੀ ਬਣਾਉਂਦਾ ਹੈ, ਉੱਥੇ ਹੀ ਵਸਤਾਂ ਨੂੰ, ਨਿਰਜੀਵ ਪਦਾਰਥਾਂ ਨੂੰ ਵੀ ਆਪਣੀ ਜ਼ਗੀਰ ਦੇ ਰੂਪ ਵਿੱਚ ਆਪਣਾ ਸਾਥੀ ਬਣਾਉਂਦਾ ਹੈ। ਤੇ ਫਿਰ ਆਪਣੇ ਸੁਭਾਅ ਮੁਤਾਬਕ ਆਪਣੇ ਨਿਰਜੀਵਤ ਤੇ ਜੀਵਤ ਸਾਥੀਆਂ ਤੋਂ ਤਵੱਕਾ ਕਰਦਾ ਏ ਕਿ ਇਹਨਾਂ ਦਾ ਸਾਥ ਮੇਰੇ ਸੰਗ ਸਦਾ ਹੀ ਬਣਿਆ ਰਹੇ ਤੇ ਇਹ ਸਦਾ ਹੀ ਮੇਰੇ ਸਾਥੀ ਬਣੇ ਰਹਿਣ। ਪਰ ਸੰਗ ਸਾਥ ਦੀ, ਸਾਥੀਆਂ ਦੀ ਇਹ ਸਾਰੀ ਆਸਾਂ ਮਨਸਾ ਵਿੱਚ ਆਪਣੇ ਖਿਆਲੀ ਚਿੱਤਰ ਉਲੀਕਦਾ ਬੰਦਾ ਇਹ ਭੁੱਲ ਜਾਂਦਾ ਹੈ ਕਿ ਮੇਰੇ ਮੋਢੇ ਨਾਲ ਮੋਢਾ ਜੋੜ ਖੜੇ ਮੇਰੇ ਕੁੱਲ ਸਾਥ ਦੀ ਮਿਆਦ ਹੈ ਹੀ ਸਾਹ ਤੱਕ ਦੀ ਏ। ਤੇ ਫਿਰ ਜਿਸ ਦਿਨ ਇਨਸਾਨ ਦੇ ਸਾਹ ਰੁਕ ਗਏ ਜਾਂ ਇਹਦੇ ਨਾਲ ਜੁੜੇ ਇਹਦੇ ਸਾਥੀਆਂ ਦੇ ਸਾਹ ਰੁਕ ਗਏ, ਉਸ ਦਿਨ ਤਾਂ 101% ਸਾਥ ਛੁੱਟ ਜਾਣਾ ਹੈ। ਪਰ ਫਿਰ ਵੀ ਜੇ ਕੋਈ ਨੇਹੋਂ ਵਾਲਾ, ਪ੍ਰੇਮ ਵਾਲਾ ਸਾਥੀ ਹੋਵੇਗਾ ਤਾਂ ਉਸ ਦਿਨ ਉਹ ਵੀ ਉਸ ਭੂਮੀ ਤੱਕ ਸਿਰਫ ਪੰਜਾਂ ਤੱਤਾਂ ਦੇ ਮਿੱਟੀ ਹੋਏ ਬੁੱਤ ਨਾਲ ਜਾਏਗਾ, ਜਿਸ ਭੂਮੀ ਤੇ ਜਾ ਇਹ ਪੰਜਾਂ ਤੱਤਾਂ ਦਾ ਕਲਬੂਤ ਜਾਂ ਤਾਂ ਅਗਨ ਭੇਟ ਕਰ ਦਿੱਤਾ ਜਾਣਾ ਹੈ ਜਾਂ ਮਿੱਟੀ ਥੱਲੇ ਦੱਬ ਦਿੱਤਾ ਜਾਣਾ ਹੈ। ਬਸ ਇੰਨੀ ਕੋ ਹੀ ਮਿਆਦ ਹੈ ਸਾਡੇ ਸਾਥ ਦੀ, ਸਾਡੇ ਸਾਥੀਆਂ ਨਾਲ। ਕਿੰਨਾ ਦੁੱਖ ਲੱਗਦਾ ਹੋਵੇਗਾ ਉਸ ਦਿਨ, ਕਿੱਦਾਂ ਦੀ ਚੀਸ ਉੱਠਦੀ ਹੋਵੇਗੀ ਕਾਲਜੇ 'ਚ ਉਸ ਦਿਨ, ਜਿਸ ਦਿਨ ਇੱਕ ਸਾਹ ਦੀ ਰਾਸ ਦੇ ਕੇ ਵੱਡਾ ਕੀਤਾ ਸਾਥੀ ਛਿਨ ਭਰ 'ਚ ਬਾਂਹ ਛਡਾ ਕੇ ਤੁਰਦਾ ਬਣਦਾ ਹੈ, ਜਾਂ ਅਸੀਂ ਉਸ ਦਾ ਹੱਥ ਛੱਡ ਤੁਰਦੇ ਬਣਦੇ ਹਾਂ। ਉਮੀਦ ਟੁੱਟ ਜਾਂਦੀ ਏ ਬੰਦੇ ਦੀ, ਬੇਸਹਾਰਾ, ਲਾਚਾਰ, ਬੇਵਸ ਹੋ ਜਾਂਦਾ ਏ ਬੰਦਾ ਜਦੋਂ ਬੰਦੇ ਨੂੰ ਇਕੱਲਾ ਰਹਿਣਾ ਪੈਂਦਾ, ਜਾਂ ਸਾਥੀਆਂ ਦਾ ਭਰਿਆ ਘਰਾਂ ਛੱਡ ਕੇ ਇਕੱਲੇ ਨੂੰ ਅੱਗੇ ਅਗਲੇ ਸਫ਼ਰ ਤੇ ਤੁਰਨਾ ਪੈਂਦਾ ਹੈ। ਤੇ ਫਿਰ ਕਿਉਂ ਨਾ ਸਾਥੀ ਉਸ ਨੂੰ ਬਣਾਈਏ ਜਿਹੜਾ ਕਦੀ ਸਾਥ ਨਹੀਂ ਛੱਡਦਾ,
ਸਾਹ ਰੂਪ ਹਵਾ ਨਾਲ ਤੁਰਦੇ ਫਿਰਦੇ ਸਾਥੀ ਤਾਂ ਸਾਹ ਦੇ ਲੋਕ ਦੀ ਸੀਮਤ ਸੀਮਾ ਤੱਕ ਸਾਥ ਨਿਭਦੇ ਨੇ, ਪਰ ਉਹ ਪੁਰਖ ਜਿਹੜਾ ਅਸੀਮ ਹੈ, ਜਿਹੜਾ ਸਾਹ ਤੋਂ ਹਵਾ ਤੋਂ ਪਰਾਂ ਹੈ, ਜਿਸ ਦੇ ਬਾਰੇ ਗੁਰੂ ਗੁਰਬਾਣੀ ਫਰਮਾਨ ਹੈ, ਤੂੰ ਸਭਨੀ ਥਾਈਂ ਜਿੱਥੇ ਹੋ ਜਾਈਂ ਸਾਚਾ ਸਿਰਜਣਹਾਰ ਜੀਓ, ਕਿਉਂ ਨਾ ਉਹਦੇ ਸੰਗ ਵੀ ਸਾਥ ਰੂਪ ਸਾਂਝ ਗਹਿਰੀ ਕੀਤੀ ਜਾਵੇ। ਕਿਉਂਕਿ ਕਾਇਆ ਭੀਤਰ ਟਿਕਾਣਾ ਕਰ ਬੈਠੀ ਆਤਮਾ ਕਰਕੇ ਸਾਡਾ ਪਹਿਲਾ ਸਾਥੀ ਤਾਂ ਉਹੀ ਹੈ। ਗੁਰੂ ਗੁਰਬਾਣੀ ਫਰਮਾਨ ਹੈ, ਅਚਰਜ ਕਥਾ ਮਹਾ ਅਨੂਪ ਪ੍ਰਾਤਮਾ ਪਾਰ ਬ੍ਰਹਮ ਕਾ ਰੂਪ। ਅਸੀਂ ਆਤਮਕ ਤਲ ਤੋਂ ਪਰਮਪਿਤਾ ਪਰਮਾਤਮਾ ਦੀ ਅੰਸ਼ ਹਾਂ ਤੇ ਉਹ ਪਰਮਪਿਤਾ ਪਰਮਾਤਮਾ ਸਾਡਾ ਸਭ ਦਾ ਪਿਤਾ ਹੈ। ਏਕ ਪਿਤਾ ਏਕਸ ਕੇ ਹਮ ਬਾਰਿਕ। ਤੇ ਫਿਰ ਔਲਾਦ ਦਾ ਪਹਿਲਾ ਸਾਥੀ ਤਾਂ ਪਿਤਾ ਹੀ ਹੁੰਦਾ ਹੈ। ਇਸ ਲਈ ਸਾਥੀ ਉਹ ਸਾਡਾ ਪਹਿਲਾ ਹੀ ਹੈ। ਅਸੀਂ ਤਾਂ ਬਸ ਆਪਣੀ ਸਾਹਾਂ ਰੂਪੀ ਰਾਸ ਪਾ ਉਸ ਸਾਥ ਨੂੰ ਆਪਣੇ ਅਹਿਸਾਸਾਂ 'ਚ ਗਹਿਰਾ ਕਰਨਾ ਹੈ। ਸੋ ਅਖੀਰ ਜੇ ਸਾਥੀ ਲਫ਼ਜ਼ ਪਿੱਛੇ ਲੁਕੀ ਇਨਸਾਨ ਦੀ ਗੁਪਤ ਰੂਪ ਮਨਸਾ ਵੱਲ ਝਾਤੀ ਪਾਈਏ ਤਾਂ ਸਾਥੀ ਬਣਾਉਣ ਪਿੱਛੇ, ਸਾਥੀਆਂ ਸੰਗ ਸਾਂਝ ਵਧਾਉਣ ਪਿੱਛੇ ਇਨਸਾਨ ਦਾ ਅੰਤਰੀਵ ਭਾਵ ਇਹੀ ਹੁੰਦਾ ਹੈ ਕਿ ਮੈਨੂੰ ਇਕੱਲਾ ਨਾ ਰਹਿਣਾ ਪਵੇ। ਪਰ ਫਿਰ ਵੀ ਕਾਇਆ ਭਾਂਡੇ ਦੇ ਦਸਤੂਰ ਮੁਤਾਬਕ ਹਰ ਇੱਕ ਸਾਥੀ ਆਪਣੇ ਦੂਜੇ ਸਾਥੀ ਨੂੰ ਇਕੱਲਾ ਛੱਡ ਕੇ ਜਾਂਦਾ ਹੈ। ਇਸ ਲਈ ਜ਼ਰੂਰੀ ਹੈ ਕਿ ਸਾਥੀ ਉਹਨੂੰ ਬਣਾਈਏ ਜਿਹੜਾ ਕਾਇਆ ਭਾਂਡੇ ਦੇ ਛੱਡ ਜਾਣ ਵਾਲੇ ਦਸਤੂਰ ਤੋਂ ਬਾਹਰ ਆਏ। ਤੇ ਫਿਰ ਉਹ ਇੱਕ ਹੀ ਏ ਤੇ ਉਹ ਏ ਮਾਲਕ ਸਤਿਪੁਰਖ ਸਤਿ ਸ੍ਰੀ ਅਕਾਲ ਪੁਰਖ ਪਿਤਾ, ਜਿਸ ਦਾ ਸਾਥ ਸਦੀਵੀ ਏ, ਜਿਹੜਾ ਸਦਾ ਸਦਾ ਸਾਥੀ ਬਣ ਨਾਲ ਰਹਿੰਦਾ ਹੈ। ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।